जो जो दीसै जो जो दीसै सो सो रोगी जो जो दीसै सो सो रोगी जो जो दीसै रोग रहत मेरा सतगुर जोगी रोग रहत मेरा सतगुर जोगी जो जो दीसै जो जो दीसै सो सरोगी जो जो दीसै रोग रहत मेरा सतगुर जोगी रोग रहत मेरा सतगुर जोगी जो जो दीसै ਸ਼ਬਦ ਹੈ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1140 ਪੇਜ 1140 ਭੈਰੋਂ ਮਹੱਲਾ ਪੰਜਵਾਂ। ਅੱਜ ਅਸੀਂ ਇੱਕ ਨਵਾਂ ਤੰਦ ਕੱਤਣਾ ਸ਼ੁਰੂ ਕਰਨ ਲੱਗੇ ਹਾਂ, ਨਵੀਂ ਪੂਣੀ, ਨਵਾਂ ਵਿਸ਼ਾ। ਔਰ ਇਹ ਸ਼ਾਇਦ ਸ਼ਬਦ ਕਿਸੇ ਨੇ ਕਦੀ ਸੁਣੇ ਵੀ ਨਾ ਹੋਣੇ, ਲੇਕਿਨ ਇੰਨਾ ਉੱਚਾ ਗਿਆਨ ਇਹਨਾਂ ਸ਼ਬਦਾਂ ਦੇ ਵਿੱਚ ਭਈ ਜੋ ਵੀ ਚੀਜ਼ ਤੂੰ ਦੇਖਦੇ ਆ ਹਰ ਇੱਕ ਨੂੰ ਰੋਗ ਵਿਆਪੇ ਆ। ਔਰ ਇਹ ਸ਼ਬਦ ਦੱਸੇਗਾ ਵੀ ਉਸੇ ਰੋਗ ਨਾਲ ਫਿਰ ਉਹ ਮਰਦੀ ਹੈ ਚੀਜ਼ ਜਿਹੜੀ ਦੇਖਦੀ ਸਾਰੀ ਦੁਨੀਆ 'ਚ ਇੱਕ ਰੋਗ ਤੋਂ ਬਗੈਰ ਕੋਈ ਨਹੀਂ ਜੇ ਹੈ ਤੇ ਉਸ ਮੇਰਾ ਸਤਿਗੁਰ ਜੋਗੀ ਹੈ, ਜਿਹੜਾ ਸਤਿਗੁਰ ਜੀ ਦੀ ਦੇਹ ਨਹੀਂ ਹੈ ਉਹਨੂੰ ਕੋਈ ਰੋਗ ਨਹੀਂ ਹੈ। ਬਾਕੀ ਸਾਰੇ ਜਿੰਨੇ ਇਸ ਸ਼ਬਦ 'ਚ ਆਉਣਗੇ ਜੀਆ ਜੰਤ ਵਿੱਚ ਇਨਸਾਨ, ਉਹ ਸਭ ਰੋਗ ਕਿਸੇ ਨਾ ਕਿਸੇ ਨਾਲ ਰੋਗ ਲੱਗਾ ਔਰ ਉਹਦੇ ਨਾਲ ਹੀ ਉਹ ਮਰਦੇ ਤੁਰੇ ਜਾਂਦੇ ਹੈ। ਜੰਮਣ ਮਰਨ ਨਹੀਂ ਮੁੱਕਦਾ, ਸਭ ਇਹ ਰੋਗ ਦਾ ਐਸਾ ਪੁਆੜਾ ਹੈ। ਅਸੀਂ ਸ਼ਬਦ ਦਾ ਅਦਬ ਰੱਖਦੇ ਹੋਏ ਸਾਰਾ ਸ਼ਬਦ ਪਹਿਲਾਂ ਜਿੱਦਾਂ ਲਿਖਿਆ ਹੈ ਉੱਦਾਂ ਅਸੀਂ ਪੜ੍ਹਾਂਗੇ, ਫਿਰ ਆਪਣੀ ਮਤ ਪਿੱਛੇ ਰੱਖ ਕੇ ਸ਼ਬਦ ਨੂੰ ਸ਼ਬਦ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਐਸੇ ਡੂੰਘੇ ਸ਼ਬਦ ਨੇ ਜਿਹਦੀ ਥਾਂ ਕੋਈ ਨਹੀਂ, ਲੇਕਿਨ ਇਹਦੇ 'ਚ ਉਹ ਚੀਜ਼ਾਂ ਨਿਕਲ ਰਹੀਆਂ ਹੈ ਵੀ ਇਨਸਾਨ ਜੂਨ ਤੈਨੂੰ ਸਭ ਤੋਂ ਵਧੀਆ ਜੂਨ ਮਿਲੀ ਹੈ, ਇਹਦੇ ਤੋਂ ਛੁੱਟ ਸਕਦਾ ਹਾਂ। ਬਾਕੀ ਜਿਹੜੀਆਂ ਜੂਨਾਂ ਇਹਦੇ 'ਚ ਦੱਸੀਆਂ ਉਹ ਭੋਗਣ ਲਈ ਹੈ। 84 ਲੱਖ ਜੂਨਾਂ, ਇਹਦੇ ਵਿੱਚੋਂ ਇੱਕ ਇਨਸਾਨ ਵੀ ਹੈ। 42 ਲੱਖ ਪਾਣੀ 'ਚ, 42 ਲੱਖ ਬਾਹਰ ਧਰਤੀ 'ਤੇ ਜਿੰਨੀਆਂ ਜੂਨਾਂ ਹੈ, ਤੂੰ ਇਹਨਾਂ ਸਾਰਿਆਂ ਦੇ ਵਿੱਚੋਂ ਆਲਾ ਜੂਨ ਤੈਨੂੰ ਮਾਨਸ ਜਿਹੜੀ ਜਿੱਥੋਂ ਤੂੰ ਛੁੱਟ ਸਕਦਾ, ਲੇਕਿਨ ਆਹ ਬੰਧਨ ਤੈਨੂੰ ਪਏ, ਆਹ ਰੋਗ ਲੱਗੇ ਹੈ ਤੇ ਤੂੰ ਛੁੱਟਦਾ ਨਹੀਂ ਬਲਕਿ ਜੂਨਾਂ 'ਚ ਜਾਣ ਦਾ ਕੰਮ ਕਰਦਾ। ਇਸ ਕਰਕੇ ਅਸੀਂ ਸ਼ਬਦ ਦੇ ਮਹੱਲੇ ਪੰਜਵੇਂ ਦਾ ਪੰਨਾ ਫੇਰ ਬੋਲ ਦਿੰਦੇ ਹਾਂ। ਹਮੇਸ਼ਾ ਹੀ ਬੇਨਤੀ ਅਸੀਂ ਸਾਰਿਆਂ ਨੂੰ ਕਰ ਰਹੇ ਹਾਂ ਵੀ ਜਦੋਂ ਵੀ ਇੱਥੇ ਸੁਣੋ, ਸੈਂਚੀ ਖੋਲ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਈ ਪਾਰਟਸ ਮਿਲ ਜਾਂਦੇ ਨੇ, ਉਹਦਾ ਪੇਜ ਖੋਲ੍ਹ ਕੇ ਬੈਠੋ ਤਿਆਰ ਹੋ ਕੇ, ਤਾਂ ਕੁਛ ਗਿਆਨ ਦਾ ਹੱਥ ਆਏਗਾ। ਨਹੀਂ ਤੇ ਤੁਹਾਨੂੰ ਸਾਰੀਆਂ ਟੇਪਾਂ ਇੱਦਾਂ ਕੰਨ ਰਸ ਬਣ ਜਾਏਗਾ, ਇੱਧਰੋਂ ਕੰਨ 'ਚੋਂ ਸੁਣੀ ਬਾਣੀ, ਉੱਧਰੋਂ ਕੱਢ ਦਿੱਤੀ ਭੁੱਲ ਗਈ ਜਾਂ ਸਾਰੇ। ਬੜਾ ਮਹਿੰਗਾ ਗਿਆਨ ਹੈ, ਇਸ ਕਰਕੇ ਪੇਜ ਖੋਲ੍ਹ ਕੇ ਬੈਠੋ। ਔਰ ਪੰਨਾ ਹੈ 1140 पेज 1140 भैरों महला पंजवां जिन्हें सारा ज्ञान एडिट किया है तो असी शब्द
शुरू तो लेने हैं। हाँ मेरो मानुख को दीना, हाँ मेरो मानुख को दीना, काम रोगी मैं गल बसे लीना, काम रोगी मैं गल बसे लीना, दृष्टि रोगे बच्चे मोए पतंग, दृष्टि रोगे बच्चे मोए पतंग, नाद रोगे खपे गए कुरंगा, नाद रोगे खपे गए कुरंगा, जो जो दीसै सो सो रोगी, जो जो दीसै रोग रहत मेरा सतगुर जोगी, रोग रहत मेरा सतगुर जोगी, रहाओ रोग रहत मेरा सतगुर जोगी, रहाओ जे बारोगे मीन ग्रसियानो, जे बारोगे मीन ग्रसियानो, बासन रोगे पावर बिन सानो, बासन रोगे पावर बिन सानो, हेत रोग का सगल संसार, हेत रोग का सगल संसार, त्रिबदे रोग में बदे विकारा, त्रिबदे रोग में बदे विकारा, जो जो दीसै सो सो रोगी, जो जो दीसै रोगे मरता रोगे जन्म, रोगे मरता रोगे जन्म, रोगे फेरे फेरे जोनी पर में, रोगे फेरे फेरे जोनी पर में, रोग बंद रैन रती न पावे, रोग बंद
रहन रति न पावै। बिन सतगुर ए बिन सतगुर ए बिन सतगुर रोग कते न जावै। पार ब्रह्म में जिस कीनी दया, पार ब्रह्म में जिस कीनी दया, बाहां पकड़े रोगों कट लिया, बाहां पकड़े रोगों कट लिया। टूटे बंधन साध संग पाया, टूटे बंधन साध संग पाया। कहो नानक गुरे रोग मिटाया, कहो नानक गुरे रोग मिटाया, गुरे रोग मिटाया, गुरे रोग मिटाया। दो डंडियां चौका, दो डंडियां साता, दो डंडियां भीमा। एडिटिंग देखो किड्डे ਮਿਹਰਬਾਨ ਨੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਪਿੱਛੇ ਡੰਡੀਆਂ ਪਾ ਕੇ 4 ਬੰਦਾਂ ਦਾ 4 ਸਟੈਂਜ਼ਿਆਂ ਦੀ ਇਹ ਪੋਇਮ ਹੈ। ਔਰ ਸੱਤਵਾਂ ਸ਼ਬਦ ਇਸੇ ਚੱਲਦਾ ਔਰ 20ਵਾਂ ਸ਼ਬਦ ਹੈ ਜਿੱਥੋਂ ਇਹ ਪ੍ਰਕਰਨ ਸ਼ੁਰੂ ਹੋਇਆ। ਸਿੱਕਾ ਬੰਦ ਕਰਤੀ ਦੁਨੀਆ ਦੇ ਕੁੱਲ ਗ੍ਰੰਥਾਂ ਦਾ ਅਸੀਂ ਅਦਬ ਕਰਦੇ ਹਾਂ। ਬ੍ਰਹਮ ਗਿਆਨ ਦੀਆਂ ਚੀਜ਼ਾਂ ਦਾ ਸਾਰਾ ਜਿੰਨੇ ਵੀ 10 ਕਮੈਂਡਮੈਂਟਸ ਹੈ, ਕੁਰਾਨ ਸ਼ਰੀਫ ਹੈ, ਬਾਈਬਲ ਹੈ, ਧਰਮ ਪੁਸਤਕਾਂ ਹੈ ਬੜੀਆਂ ਬੜੀਆਂ ਰਿਸ਼ੀ ਮੁਨੀਆਂ ਦੀਆਂ ਸਾਡੀਆਂ ਸਾਰੀਆਂ, ਪਰ ਇਹ ਜਿੰਨੇ ਵੱਡੇ ਗ੍ਰੰਥ ਹੈ ਬਾਅਦ 'ਚ ਬਣਾਏ ਗਏ ਨੇ। ਆ ਗੁਰੂ ਮਹਾਰਾਜਾਂ ਨੇ ਆਪਣੇ ਹੁੰਦਿਆਂ ਪਿੱਛੇ ਨੰਬਰ ਸਿੱਕਾ ਬੰਦ ਕਰਤਾ, ਕੋਈ ਇੱਕ ਲਾਈਨ ਦੇ ਵਿੱਚ ਚੇਂਜ ਕਰ ਸਕਦਾ। ਇਸ ਕਰਕੇ ਐਸਾ ਸਿੱਕਾ ਲੇਟੈਸਟ ग्रेटेस्ट और कंप्लीट ब्रह्म ज्ञान है। इस करके आप पिछले इनसे जरूर देखा करोगे। ऐ शब्द तू पहला शब्द देखोगे तो अखीरला 19 बनया होगा। ऐस तू अगला शब्द देखोगे वो 20 का 21 बन जाएगा। किन्ने सिख किन्ने कैंप लगते होने 1430 सफ़े और गुरु महाराज की सुपरविजन च टीम लगती होनी सारी। और तां इस साइड तक ज्ञान गुरसिखां तक पहुँचया। इस करके ਇਹਦਾ ਮੁੱਲ ਅਸੀਂ ਇਹੋ ਪਾ ਸਕਦੇ ਹਾਂ ਵੀ ਜਿੰਨੀ ਆਪਣੀ ਮੱਤ ਪਿੱਛੇ ਰੱਖ ਕੇ ਸ਼ਬਦ ਨੂੰ ਸ਼ਬਦ ਨਾਲ ਖੋਲਾਂਗੇ ਔਰ ਜਿਹੜਾ ਅਸੀਂ ਇਹ ਸਾਰਾ ਸ਼ਬਦ ਹੈ ਔਰ ਗਾਂ ਇੰਨੇ ਸ਼ਬਦ ਇਸ ਰੋਗ 'ਤੇ ਲਿਆਵਾਂਗੇ ਔਰ ਅਸੀਂ ਤੰਦ ਕੱਤੀ ਆ ਰਹੇ ਹਾਂ ਭਈ ਬਚੋ। ਆ ਦੇਖੋ ਕਿੱਦਾਂ ਮਰਦੀ ਆ ਦੁਨੀਆ, ਕਿੱਦਾਂ ਕਿਹੜੇ ਕਿਹੜੇ ਰੋਗ ਨੇ, ਉਹ ਗਿਆਨ ਹੈ ਇਹਦੇ 'ਚ। ਅਸੀਂ ਇਹਨੂੰ ਹੁਣੇ ਖੋਲਾਂਗੇ ਪਰ ਇਹ ਸਾਰਾ ਜਿਹੜਾ ਅਸੀਂ ਮੁੱਢਾ ਕੱਤਣਾ ਸ਼ੁਰੂ ਕੀਤਾ ਇਹਦਾ ਅਸੀਂ ਹੈਡਿੰਗ ਇਹੋ ਰੱਖਣਾ ਹੈ ਔਰ ਸਾਰੇ ਸ਼ਬਦਾਂ 'ਚ ਆ ਸਾਂਝਾ ਤੰਦ ਚਲੇਗਾ। हेत रोग का सगल संसार। हेत रोग हेत है अटैच तो हेत है, मानू पुत ना हेत है। सारी दुनिया चौधर अदर एडा है मोह में माया और हेत है जी असल चीज वो हेत दे असी सारे गा शब्द लियावांगे लेकिन आ हैडिंग चलेगा सारे दा और सब हैडिंग वखरे वखरे होंगे। हेत रोग का सगल संसार
ਤਿੰਨ ਚੀਜ਼ਾਂ ਨਹੀਂ ਇਸ ਦੇ ਵਿੱਚ ਆਉਣਗੀਆਂ। ਇੱਕ ਅਕਾਲ ਪੁਰਖ ਆਪ, ਇੱਕ ਉਹਦਾ ਜੋੜਨ ਹਾਰਾ ਸਰੂਪ ਸਤਿਗੁਰ, ਔਰ ਤੀਸਰਾ ਹੈ ਅਭਿਆਸੀ ਜਿਹਨੇ ਜਨਮ ਰੱਬ ਨੂੰ ਮਿਲਣਾ ਹੈ। ਇਸ ਕਰਕੇ ਉਹ ਇਹਨਾਂ ਬੰਧਨਾਂ ਤੋਂ ਆਜ਼ਾਦ ਹੈ। ਬਾਕੀ ਸਾਰੇ ਜੋ ਸੋ ਸਾਰਾ ਸੋ ਸਾਰਾ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਹ ਸਤਿਗੁਰ ਜੋਗੀ ਦਾ ਮਤਲਬ ਹੈ ਇਹ ਜੋਗੀ ਨਹੀਂ ਹੈ, ਸਤਿਗੁਰ ਹੈ ਜਿਹਦਾ ਸਤਿਗੁਰ ਸੈਲਫ ਐਕਸਪਲੇਨੇਟਰੀ ਲਫ਼ਜ਼ ਹੈ। ਕਿਹੜਾ ਗੁਰ? ਜਿਹੜਾ ਸੱਤੇ ਹੈ। ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਜਿਹੜਾ ਸਦਾ ਸਦਾ ਹੈ। ਤੇ ਜੇ ਸਿੱਧਾ ਜਿਹਾ ਸਮਝਣਾ ਹੋਇਆ ਤੇ ਆ ਅਸੀਂ ਬੋਲਦੇ ਹਾਂ ਸਾਰੇ ਇਕੱਠੇ ਹੋ ਕੇ, ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਹੋਂਦ ਹੈ, ਉਹ ਗਾਇਬ ਨਹੀਂ ਹੈ। ਉਹ ਸਾਡਾ ਸਤਿਗੁਰ ਇਨਸਾਨ ਨਹੀਂ ਹੈ। ਇਸ ਕਰਕੇ ਇਹਨੂੰ ਇੱਕ ਵਾਰੀ ਫੇਰ ਲਾਈਨ ਰਾਹੋਂ ਦੀ ਪੜ੍ਹ ਲਈਏ। ਜੋ ਸੋ ਸਰੋਗੀ ਸਤਿਗੁਰ ਜੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਨਾਲ ਇਸ ਗਿਆਨ ਦੇ ਵਿੱਚ ਮੇਰਾ ਲਿਖਿਆ, ਬਾਕੀਆਂ ਦਾ ਇਨਸਾਨ ਸਤਿਗੁਰੂ ਹੈ। ਹੁਣ ਵੀ ਇਹ ਜਗ੍ਹਾ ਇਨਸਾਨ ਮੱਲੀ ਬੈਠਾ। ਯੁੱਗਾਂ ਯੁੱਗਾਂ ਤੋਂ ਸਾਰੇ ਜਿੰਨੇ ਇੱਕ ਗੁਰੂ ਉਹਦੇ ਗਾਂ ਸਤਿਗੁਰੂ ਜੀ ਸਤਿਗੁਰੂ। ਸਾਡੇ ਇਸ ਗਿਆਨ ਦਾ ਜਿਹੜਾ ਸਤਿਗੁਰੂ ਹੈ ਉਹ ਸਾਫ਼ ਲਿਖਿਆ ਬਾਣੀ 'ਚ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੇਰੇ ਇਹ ਹੈ। ਬਾਕੀ ਸਭ ਦੁਨੀਆ ਜੋ ਸੋ ਸਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਐਸ ਸਤਿਗੁਰ ਦੇ ਅਸੀਂ ਸਿੱਖ ਹਾਂ। ਗੁਰ ਇਕੱਲੇ ਸਤਿਗੁਰ ਦੇ ਨਹੀਂ, ਗੁਰ ਸਤਿਗੁਰ ਸਾਰਿਆਂ ਨੂੰ ਪੈਰਾਂ 'ਚ ਰਾਰੇ ਨੂੰ ਔਂਕੜ ਹੈ। ਗੁਰ ਦੇ ਰਾਰੇ ਨੂੰ ਔਂਕੜ, ਸਤਿਗੁਰ ਦੇ ਰਾਰੇ ਨੂੰ ਔਂਕੜ। ਇਹ ਉਹ ਹੈ ਜਿਹੜਾ ਨਾ ਜੰਮਦਾ ਨਾ ਮਰਦਾ ਹੈ। ਸੋ ਸਤਿਗੁਰ ਜਿਹੜਾ ਹੈ ਉਹ ਹੈ ਸਤਿਗੁਰ ਜੋਗੀ। ਜੋਗੀ ਜੋਗੀ ਆਪਣੀਆਂ ਤਪੱਸਿਆ ਨਾਲ ਉਮਰਾਂ ਵਧਾ ਦਿੰਦੇ ਸੀ, ਪਰ ਫਿਰ ਵੀ ਮਰ ਜਾਂਦੇ ਸੀ। ਸਾਰਾ ਕੋਈ ਜੋ ਦੁਨੀਆ 'ਚ ਜੰਮਿਆ ਉਹਨੇ ਬਿਨਸਣਾ, ਭਾਵੇਂ ਕੋਈ ਗੁਰੂ ਹੈ ਭਾਵੇਂ ਇਨਸਾਨ ਹੈ। ਜਿਹਨੇ ਵੀ ਮਾਂ ਦੇ ਪੇਟ 'ਚੋਂ ਜਨਮ ਲਿਆ ਹੈ ਉਹ ਮਰਦਾ ਹੈ। ਇਸੇ ਕਰਕੇ ਇਹਨੂੰ ਦੁਨੀਆ ਨੂੰ ਮਿਰਤ ਮੰਡਲ ਕਹਿੰਦੇ ਹੈ। ਥੋੜਾ ਥੋੜਾ ਗਿਆਨ ਜਿਹੜਾ ਆਉਂਦਾ ਹੈ ਵੀ 9 ਮਹੀਨੇ ਗਰਭ ਦੇ ਮੰਡਲ 'ਚ ਰਹਿੰਦਾ, ਅੰਦਰ ਮਾਂ ਦੇ ਮੰਡਲ 'ਚ। ਉੱਥੇ ਵੀ ਇਹਨੂੰ ਰੱਬ ਹੀ ਵਿਛਾਉਣ ਵਾਲਾ ਹੁੰਦਾ। ਜਦੋਂ ਇਨਸਾਨ ਬਾਹਰ ਆ ਜਾਂਦਾ ਹੈ ਉਹ ਮਿਰਤ ਮੰਡਲ 'ਚ ਜਿਹੜਾ ਵੀ ਆਇਆ, ਭਾਵੇਂ ਕਿੱਡਾ ਵੱਡਾ ਗੁਰੂ ਔਲੀਆ ਪੈਗੰਬਰ, ਉਹ ਮਿਰਤ ਮੰਡਲ ਹੀ ਤਦੇ ਵੀ ਉਹਨੇ ਮਰਨਾ ਅਖੀਰ ਤੇ ਆਣ। ਭਾਵੇਂ ਉਹਨਾਂ ਦਾ ਮਰਨਾ ਕਈ ਕਿਸਮ ਦਾ ਹੁੰਦਾ, ਲੇਕਿਨ ਇਹ ਹੈ ਵੀ ਜਿਹੜਾ ਸਾਡਾ ਸਤਿਗੁਰ ਹੈ ਇਹ ਨਾ ਮਰਦਾ ਹੈ ਨਾ ਜੰਮਦਾ ਹੈ, ਜੁਗਾ ਜੁਗਾ ਤੂਆ, ਔਰ ਇਹ ਅਟਲ ਸਜਾਈ ਹੈ। ਔਰ ਇਹ ਸਤਿਗੁਰ ਨੂੰ ਸਮਝੋ ਉਹਦੇ ਲਈ ਲਿਖਿਆ। ਰੋਗ ਰਹਿਤ
ਮੇਰਾ ਸਤਿਗੁਰ ਜੋਗੀ। ਆਓ ਸ਼ਬਦ ਹੁਣ ਸ਼ੁਰੂ ਤੋਂ ਲਈਏ। ਮੈਂ ਰੋਗ ਮਾਨਕ ਕੋ ਦੀਨਾ। ਟੋਪ ਤੇ ਤੁਕ ਰੱਖੀ ਮਾਨਸ ਨੂੰ। ਹਉਮੈ ਰੋਗ ਸਭ ਤੋਂ ਵੱਡਾ ਚਿਮੜਿਆ। ਹਉਮੈ ਹੈ, ਹਉਮੈ ਤੋਂ ਹੀ ਪੰਜੇ ਜਿਹੜੇ ਔਗਣ ਹੈ, ਵੱਡੇ ਦੋਸ਼ ਹੈ, ਦੁਸ਼ਮਣ ਹੈ, ਹਉਮੈ ਤੋਂ ਹੀ ਸਾਰੇ ਨਿਕਲਦੇ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੰਕਾਰ ਹਉਮੈ ਹੈ। ਤੇ ਇਹ ਪੰਜੇ ਦੁਸ਼ਮਣ ਜੇ ਇੱਕ ਵਾਰੀ ਸਮਝ ਗਏ, ਸਾਰੀ ਬਾਣੀ 'ਚ ਇਹਦਾ ਔਰ ਸਿੱਖ ਇਹਨਾਂ ਦੀ ਪਰਵਾਹ ਨਹੀਂ ਕਰਦਾ। ਨਾਮ ਜਪੀ ਜਾਂਦਾ, ਸਿੱਖੀ ਕਮਾਈ ਜਾਂਦਾ, ਸਭ ਕੁਝ ਕਰੀ ਜਾਂਦਾ ਔਰ ਸੁਆਹ ਕਰੀ ਜਾਂਦਾ ਨਾਲ, ਕਿਉਂਕਿ ਇਹ ਰੋਗ ਅੰਦਰ ਆ ਔਰ ਇਹੋ ਲੁੱਟੀ ਜਾਂਦੀ ਉਸ ਇਨਸਾਨ ਨੂੰ। ਇਸ ਕਰਕੇ ਇਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਈਗੋ। ਇਹ ਹੈ ਈਗੋ। ਪਹਿਲਾ ਹੈ ਸੈਕਸ, ਫਿਰ ਹੈ ਐਂਗਰ, ਸੈਕਸ ਐਂਗਰ। ਲੋਭ ਹੈ ਲਾਲਚ, ਗਰੀਡ। ਮੋਹ ਹੈ ਅਟੈਚਮੈਂਟ, ਅਟੈਚਮੈਂਟ। ਔਰ ਫਿਰ ਹੈ ਈਗੋ ਸਭ ਤੋਂ ਵੱਡਾ। ਇਹ ਮਾਨਸ ਨੂੰ ਜਿਹੜਾ ਸਭ ਤੋਂ ਵੱਡਾ ਰੋਗ ਦਿੱਤਾ, ਇਹਦੇ ਨਾਲ ਮਰਦਾ ਈਗੋ ਨਾਲ। ਹਉਮੈ 'ਚ ਹੈ। ਇਸ ਕਰਕੇ ਹਉਮੈ ਇਹ ਪੰਜਾਂ ਬਾਕੀ ਚੌਹਾਂ ਨੂੰ ਜਨਮ ਦਿੰਦੀ ਹੈ। ਹਉਮੈ ਪਹਿਲੇ ਜਿਹੜੇ ਦੁਸ਼ਮਣ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੱਕ ਪਹੁੰਚਦੇ ਪਹੁੰਚਦੇ ਪਹਿਲੇ ਵੱਡੇ ਦੁਸ਼ਮਣ ਫੱਟ ਇਨਸਾਨ ਨੂੰ ਪਤਾ ਲੱਗ ਜੂਗਾ ਵੀ ਆ ਮੈਨੂੰ ਪੈ ਰਿਹਾ, ਕਾਮ ਪੈ ਰਿਹਾ, ਕ੍ਰੋਧ ਮੇਰੇ 'ਚ ਆ ਰਿਹਾ, ਇਹ ਦੁਸ਼ਮਣ ਹੈ ਮੇਰਾ। ਕ੍ਰੋਧ, ਲੋਭ, ਲਾਲਚ ਹੈ। ਜਿਉਂ ਜਿਉਂ ਇਹ ਪਿੱਛੇ ਹੁੰਦੇ ਜਾਣਗੇ, ਬਰੀਕ ਹੁੰਦੇ ਜਾਣਗੇ। ਉਹ ਸਮਝਦਾ ਵੀ ਮੈਂ ਇਹਨਾਂ ਨੂੰ ਮਾਰ ਲਿਆ, ਔਰ ਉਹ ਮਰਨੇ ਨਹੀਂ ਹੈ, ਬਹੁਤ ਹੋਰ ਬਰੀਕ ਹੋ ਜਾਣੇ, ਫੜੇ ਨਹੀਂ ਜਾਣੇ। ਇਸ ਕਰਕੇ ਆਹ ਜਿਹੜੇ ਰਿਸ਼ੀ ਮੁਨੀਆਂ ਦੀਆਂ ਕਾਢਾਂ ਔਰ ਸਾਰੇ ਗਿਆਨ ਦਾ ਨਿਚੋੜ ਹੈ ਵੀ ਪਹਿਲੇ ਮਰ ਵੀ ਤੇਰੇ ਐਡੇ ਵੱਡੇ ਭਿਆਨਕ ਲੱਗਣਗੇ ਤੈਨੂੰ ਵੀ ਮੈਂ ਇਹਨੂੰ ਕਿੱਦਾਂ ਮਾਰਾਂਗਾ, ਪਰ ਸਭ ਤੋਂ ਪਹਿਲਾਂ ਉਹ ਮਰਨੇ ਹੈ। ਕਾਮ ਕਰੋ, ਲੋਭ। ਫਿਰ ਜੋ ਗਾਂ ਜਾਣੇ ਅਖੀਰ ਤੇ ਜਾ ਕੇ ਜਿਹਦੀ ਹਉਮੈ ਮਰ ਗਈ, ਉਹ ਰੱਬ ਨਾਲ ਮਿਲ ਗਿਆ, ਕਿਉਂਕਿ ਉਹਦਾ ਰੋਗ ਹੀ ਹਟ ਜਾਂਦਾ। ਇਸ ਕਰਕੇ ਸਦਾ ਯਾਦ ਰੱਖੋ, ਡਰਨਾ ਨਹੀਂ ਹੈ। ਸਾਡੀ ਬਾਣੀ 'ਚ ਇਲਾਜ ਵੀ ਹੈ ਵੀ ਕਾਮ, ਕ੍ਰੋਧ, ਲੋਭ ਇਹ ਜਿੰਨੇ ਪਹਿਰੇ ਆਉਂਦੇ ਹੈ, ਵੱਡੇ ਹੈ, ਬੜੇ ਭਿਆਨਕ ਹੈ ਲੱਗਣਗੇ, ਪਰ ਸਭ ਤੋਂ ਪਹਿਲਾਂ ਮਰਨੇ ਵੀ ਇਹੋ ਹੀ ਹੈ। ਉਸ ਤੋਂ ਬਾਅਦ ਅਖੀਰ ਤੇ ਜਾ ਕੇ ਜਿਹੜੀ ਇਹ ਹਉਮੈ ਨਹੀਂ ਮਰਦੀ, ਔਰ ਇਹ ਸਭ ਤੋਂ ਵੱਡਾ ਮਾਨਸ ਨੂੰ ਰੋਗ ਦਿੱਤਾ। ਹਉਮੈ ਰੋਗ ਮਾਨੁਖ ਕੋ ਦੀਨਾ। ਦੋ ਸੈਕਸ ਲੈਦਾ ਨਹੀਂ ਸਮਝਣੇ, ਮੀਆਂ ਬੀਬੀ ਔਰ ਜਾਂ ਸਾਰਾ ਮੇਲ ਤੇ ਫੀਮੇਲ, ਇਹ ਸਾਰੇ ਨੂੰ ਇਕੱਠੇ ਨੂੰ ਮਾਨੁਖ ਕਿਹਾ ਹੈ। ਦੋਨਾਂ ਲਈ ਇਹ ਰੋਗ। ਹਉਮੈ ਰੋਗ ਮਾਨੁਖ ਕੋ ਦੀਨਾ। ਆਇਆ ਪਹਿਲਾ ਰੋਗ ਹੁਣ ਵੱਡਾ। ਕਾਮ ਰੋਗੇ ਮੈਂ ਗਲ ਬਸ ਲੀਨਾ। ਕਾਮ ਰੋਗ ਨਾਲ ਹਾਥੀ ਫੜਿਆ ਜਾਂਦਾ ਹੈ। ਮੈਗਲ ਕਹਿੰਦੇ ਹਾਥੀ ਨੂੰ ਜੰਗਲ 'ਚ ਡੂੰਘਾ ਟੋਆ ਕੱਢ ਕੇ ਉੱਤੇ ਕਾਨੀਆਂ ਦੀ ਛੱਤ ਮਸਨੂਈ ਪਾ ਕੇ ਔਰ ਉੱਤੇ ਹਾਥਣੀ ਦਾ ਕਲਬੂਤ ਬਣਾ ਦਿੰਦੇ, ਫੀਮੇਲ ਹਾਥੀ ਦਾ, ਕਾਗਜ਼ਾਂ ਦੀ ਵੱਡੀ ਸਾਰੀ ਹਾਥੀ ਦਾ, ਚੰਗਿਆੜੇ ਮਾਰਦਾ ਆਉਂਦਾ ਹਾਥੀ ਦੂਰੋਂ ਕਾਮ 'ਚ ਇੰਨਾ, ਔਰ ਦੇ ਨਾਲ ਉਹਦੇ ਲਾਗੇ ਆਉਂਦਾ, ਦੋਨੋਂ ਜਣੇ ਟੋਈ 'ਚ ਪੈ ਜਾਂਦੇ ਆ। ਔਰ ਦੋਨੇ ਜਣੇ ਟੋਈ 'ਚ ਪੈ ਕੇ ਉਸ ਹਾਥੀ ਨੂੰ ਫਿਰ ਕਈ ਦਿਨ ਉਸੇ ਟੋਈ 'ਚ ਭੁੱਖੇ ਰੱਖਦੇ ਆ। ਫਿਰ ਉਹਨੂੰ ਬਾਹਰ ਕੱਢਦੇ ਹੌਲੀ ਹੌਲੀ। ਫਿਰ ਉਹਨੂੰ ਸਾਰੀ ਉਮਰ ਲੱਕੜਾਂ ਢੋਣ ਦਾ ਕੰਮ, ਸਾਰਾ ਗੁਲਾਮ। ਉਹ ਸਾਰੀ ਉਮਰ ਲਈ ਕਾਹਦੇ ਨਾਲ ਬਸ ਹੋਇਆ, ਔਰ ਉਹ 'ਚ ਕਾਮ ਬੜਾ ਹਾਥੀ 'ਚ। ਕਾਮ ਰੋਗੇ ਮੈਂ ਕਿਹਾ ਹਾਥੀ ਨੂੰ ਬਸ ਕਰ ਲਿਆ। ਕਾਮ ਰੋਗੇ ਮੈਂ ਗਲ ਬਸ ਲੀਨਾ। ਅੱਗੇ ਦ੍ਰਿਸ਼ਟ ਰੋਗ, ਅੱਖਾਂ ਦਾ ਰੋਗ, ਪਤੰਗੇ, ਭੰਵੀਰੀਆਂ, ਬਰਸਾਤ 'ਚ ਜਿੰਨੀਆਂ ਚੀਜ਼ਾਂ ਨਿਕਲਦੀਆਂ, ਉਹ ਲਾਈਟ ਦੇ ਖੰਭੇ ਦੇ ਉੱਤੇ ਦੇਖੋ ਕਿੱਦਾਂ ਪਹੁੰਚ ਜਾਂਦੀਆਂ, ਉੱਥੇ ਮਰਦੀਆਂ ਜਾਂਦੀਆਂ। ਉਹਨਾਂ ਨੂੰ ਦੇਖਣ ਦਾ ਰੋਗ ਆ। ਔਰ ਇਹ ਸਾਰੇ ਰੋਗ
ਇਨਸਾਨ ਨੂੰ ਵੀ ਜਾਪਦੇ ਹੈ, ਅੱਖਾਂ ਰਾਹੀਂ ਇਨਸਾਨ ਨੂੰ ਵੀ ਜਾਪਦੇ ਹੈ, ਕਾਮ ਰਾਹੀਂ ਸਭ ਕੁਝ ਪਤਾ, ਜਿੰਨੇ ਆ ਨਾ ਜਾਨਵਰਾਂ ਨੂੰ ਵਿਆਪਦੇ ਆ। ਇਹ ਸਾਰੇ ਬੰਦੇ ਵੀ ਜਿਹਨਾਂ ਦਾ ਆਪਣੀ ਅੱਖਾਂ 'ਤੇ ਕੰਟਰੋਲ ਨਹੀਂ ਹੈ, ਕੰਨਾਂ 'ਤੇ ਕੰਟਰੋਲ ਨਹੀਂ ਹੈ, ਔਰ ਜੀਭ 'ਤੇ ਕੰਟਰੋਲ ਨਹੀਂ ਹੈ, ਉਹ ਸਾਰੇ ਸ਼ਬਦ ਦੇ ਵਿੱਚ ਦੱਸੇ ਕਿ ਜਾਨਵਰ ਵੀ ਮਰਦੇ ਆ। ਤੂੰ ਜੇ ਬਚਣਾ ਤੇ ਇਹਨਾਂ ਸੈਂਸ 'ਤੇ ਕੰਟਰੋਲ ਰੱਖ। ਅੱਖਾਂ ਭੈੜੀਆਂ ਦ੍ਰਿਸ਼ਟ ਨਾ ਦੇਖਣ, ਕੰਨ ਨਿੰਦਿਆ ਚੁਗਲੀ ਨਾ ਸੁਣਨ, ਔਰ ਜੀਭ ਹੈ ਰਸਨਾ ਦਾ ਸਵਾਦਾਂ ਦੇ ਪਿੱਛੇ ਨਾ ਜਾ। ਉਹ ਅੱਗੇ ਆਏਗਾ ਮੱਛੀ ਮਰਦੀ ਇਹਦੇ ਨਾਲ ਹੀ ਹੈ। ਇਸ ਕਰਕੇ ਬੜਾ ਡੂੰਘਾ ਸ਼ਬਦ ਹੈ, ਔਰ ਸਾਰੇ ਨਾਲ ਇਹਨਾਂ ਦੀਆਂ ਮੌਤਾਂ ਹੁੰਦੀਆਂ। ਆਓ ਪਹਿਲਾਂ ਸ਼ੁਰੂ ਤੋਂ ਸ਼ਬਦ ਸ਼ੁਰੂਏ। ਕਦੇ ਗੁਰੂ ਮਹਾਰਾਜ ਕਹਿੰਦੇ ਵੀ ਜੇ ਤੂੰ ਮੈਨੂੰ ਮਿਲਣਾ ਹੈ, ਅਕਾਲ ਪੁਰਖ ਨੂੰ ਮਿਲਣਾ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਸਾਰੀ ਦੁਨੀਆ ਨਾਲੋਂ ਗਰੀਬ ਬਣ ਜਾ, ਆਪਣੀ ਅੰਦਰੋਂ ਅੰਦਰਲੀ ਗਰੀਬੀ, ਔਰ ਸਮਝ ਵੀ ਮੈਂ ਸਭ ਤੋਂ ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਗੁਰੂ ਨਾਨਕ ਵੀ ਕਹਿ ਰਿਹਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਕਿਉਂਕਿ ਤਾਰਨ ਵਾਲੇ ਨਾ ਕਰੇ ਤੇ ਇੱਥੋਂ ਪਹਿਲਾਂ ਬੁਰੇ ਨੂੰ ਤਾਰ ਦੇਣਾ ਉਹਦੇ ਕਰਮਾਂ ਦੇ ਹਿਸਾਬ ਦੇ ਨਾਲ। ਇਸ ਕਰਕੇ ਪ੍ਰਣਵਤੇ ਨਾਨਕ ਤਾਰੇ ਸੋਏ। ਇਸ ਕਰਕੇ ਜਿਹੜੀ ਹਉਮੈ ਅੰਦਰ ਹੈ, ਮਿੱਟੀ ਜਾਂ ਮਿੱਟੀ ਮਤਲਬ ਅੰਦਰਲੀ ਗਰੀਬੀ ਤਾਰ, ਉਹਦੇ ਨਾਲ ਇਹ ਰੋਗ ਨਹੀਂ ਫਿਰ ਪੈਂਦਾ। ਹਉਮੈ ਮਾਨਕ ਕੋ ਦੀਨਾ, ਕਾਮ ਮੇਰੋ ਮੈਂ ਗਲ ਬਸਲੀ। ਆਏ ਪਤੰਗੇ ਅੱਖ ਦੇ ਰੋਗ ਨਾਲ, ਦ੍ਰਿਸ਼ਟੇ ਰੋ ਇਹ ਪੱਛੇ ਮੋਏ ਪਤੰਗਾ, ਇਹ ਦ੍ਰਿਸ਼ਟੇ ਰੋ। ਉਹਨੂੰ ਦੇਖਣ ਦਾ ਰੋਗ ਹੈ। ਜਦੋਂ ਸਾਨੂੰ ਅੱਖਾਂ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥੀਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਬਾਬੇ ਨਾਨਕ ਦਾ ਪਹਿਲਾ ਸ਼ਾਗਿਰਦ ਗੁਰੂ ਅੰਗਦ ਸਾਹਿਬ ਜਦੋਂ ਗੱਦੀ ਤੇ ਬੈਠੇ, ਉਹਨਾਂ ਨੂੰ ਕਿਹਾ ਭਾਈ ਇਹਨਾਂ ਤੇ ਕੰਟਰੋਲ ਕਰ, ਅੱਖਾਂ ਭੈੜੀਆਂ ਦ੍ਰਿਸ਼ਟ ਨਾ ਦੇਖਣ, ਜਿਹੜੀਆਂ ਕੰਨ ਹੈ ਨਿੰਦਿਆ ਚੁਗਲੀ ਨਾ ਸੁਣਨ, ਔਰ ਜਿਹੜੀ ਜੀਭ ਹੈ ਇਹਨਾਂ ਸਵਾਦਾਂ 'ਚ ਨਾ ਤੂੰ ਜਾ। ਆਪਣੀ ਸਿਹਤ ਨੂੰ ਦੇਖ ਕੇ ਚੀਜ਼ ਤੈਨੂੰ ਠੀਕ ਹੈ, ਜੀਭ ਤੇ ਕੰਟਰੋਲ ਰੱਖ। ਅੱਖ ਇਹ ਸੌਂ ਜਾਂਦੀਆਂ, ਇੰਦਰੇ ਕੰਮ ਨਹੀਂ, ਤੁਹਾਡੇ ਬੱਸ ਨਹੀਂ ਰਹਿੰਦੇ ਇੰਦਰੇ। ਇਸ ਕਰਕੇ ਇਹ ਜਿੰਨੇ ਵੀ ਇੰਦਰੇ ਹੈ, ਇਹ 9 ਕਰਮ ਇੰਦਰੀਏ ਜਿਹਨਾਂ ਨਾਲ ਕੰਮ ਕਰਦੇ ਹਾਂ ਅਸੀਂ ਬੁਰੇ। ਆ 4 ਹੱਥ ਪੈਰ, 4 ਇਹ ਤੇ 4 8 ਇਹ ਤੇ 9ਵੀਂ ਜੀਭ। ਇਸ ਕਰਕੇ ਜਿਹੜੇ 9 ਇੰਦਰੇ ਹੈ ਇਹਨਾਂ ਤੇ ਕੰਟਰੋਲ ਰੱਖ, ਔਰ ਤਾਂ ਤੂੰ ਮਤਲਬ ਇਹਨਾਂ ਰੋਗਾਂ ਤੋਂ ਪਰੇ ਹੋ ਸਕਦਾ। ਆਹ ਬੜਾ ਸੁੰਦਰ ਸ਼ਬਦ ਹੈ ਗੁਰੂ ਅੰਗਦ ਸਾਹਿਬ ਦਾ, ਲੈ ਆਈਏ। ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ, ਇਹ ਅੱਖੀਂ ਬਾਝੋਂ ਦੇਖਣਾ ਬਿਨ ਕੰਨੀ ਸੁਣਨਾ। ਕੰਨੀ ਕੀ ਹੈ? ਕੰਨ 'ਚ ਤੈਨੂੰ ਗੰਦੇ ਗੀਤ ਨਾ ਪੈਣ। ਅੱਜ ਕੱਲ੍ਹ ਉਹ ਬੁਰਾ ਹਾਲ ਹੈ, ਵਿਆਹ ਸ਼ਾਦੀਆਂ ਸਾਰੇ ਉਹ ਲੁਚਰ ਗਾਣੇ ਉਹ ਸਾਰੇ ਕੰਨਾਂ 'ਚ ਪੈਂਦੇ, ਬੱਚਿਆਂ 'ਤੇ ਵੀ ਅਸਰ ਪੈ ਰਿਹਾ। ਇਹ ਕੰਨੀ ਬਾਝੋਂ ਸੁਣਨਾ ਵੀ ਕੰਨ 'ਚ ਮਹਾਰਾਜ ਦੀ ਬਾਣੀ ਕਹਿੰਦੀ ਹੈ, ਜਿਹਨੂੰ ਮੱਥਾ ਟੇਕਦੇ ਅਸੀਂ। ਮੋਹਨ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ। ਗੁਰੂ ਅਰਜਨ ਪਾਤਸ਼ਾਹ ਜਿਹੜਾ 16 ਸਾਲ ਦੀ ਉਮਰ 'ਚ ਬਾਬੇ ਨਾਨਕ ਦੀ ਗੱਦੀ ਤੇ ਬੈਠ ਕੇ ਆ ਸ਼ਬਦ ਦੇ ਰਿਹਾ ਹੈ। ਇਸ ਕਰਕੇ ਉਹ ਕਹਿੰਦਾ ਮੋਹਨ ਸਾਕਤ ਰਾਗ ਨਾਦ, ਆ ਜਿਹੜੇ ਕੰਜਰਖਾਨਿਆਂ ਦੇ ਗੀਤ ਬਾੜੇ ਲੁਚਰ ਗਾਣੇ ਸਾਰੇ ਇਹ ਮੇਰੇ ਕੰਨਾਂ 'ਚ ਨਾ ਪੈ ਜਾਣ ਕਿਤੇ, ਤਾਂ ਕਿਤੇ ਜਾ ਕੇ ਤੇ ਐਡੇ ਵੱਡੇ ਗੁਰੂਆਂ ਦੀ ਬਾਣੀ ਉਹ ਅਸੀਂ ਮਾਪਾ ਉਸ 'ਤੇ ਕਦੀ ਪਰਵਾਹ ਨਹੀਂ ਕਰਦੇ ਇਹਨਾਂ ਰੋਗਾਂ ਦੀ, ਔਰ ਉਸੇ 'ਚ ਹੀ ਮਰਦੇ ਫਿਰਦੇ ਆ। ਔਰ ਅੱਖੀਂ ਬਾਝੋਂ ਦੇਖਣਾ, ਅੱਖਾਂ ਬੰਦ ਕਰ, ਭੈੜਾ ਦ੍ਰਿਸ਼ ਨਾ ਦੇਖਣ। ਜੇ ਦੇਖਦਾ ਹੈ ਤੇ ਵੱਡੀ ਨੂੰ ਮਾਂ ਸਮਝ, ਬਰੋਬਰ ਦੀ ਨੂੰ ਭੈਣ ਸਮਝ,
ਛੋਟੀ ਨੂੰ ਧੀ ਸਮਝ, ਦ੍ਰਿਸ਼ਟੀ ਆਪਣੀ ਬਦਲੀ ਨਹੀਂ ਵੀ ਅੱਖਾਂ ਬੰਦ ਕਰ ਦੇਣੀਆਂ ਸੀ। ਅੱਖਾਂ ਬਾਝੋਂ ਦੇਖਣਾ ਕੀ ਹੈ, ਸਾਰਿਆਂ ਨੂੰ ਅੱਛੀ ਨਜ਼ਰ ਨਾਲ ਦੇਖ। ਤੋ ਅੱਖੀਂ ਬਾਝੋਂ ਦੇਖਣਾ, ਪੈਰਾਂ ਬਾਝੋਂ ਪੈਰ ਮੰਦੇ ਕੰਮ ਲਈ ਉੱਠ ਕੇ ਚੱਲਦੇ, ਰੋਕ ਕੇ ਬਹਿ ਜਾ, ਮੈਂ ਨਹੀਂ ਇਹ ਮੰਦਾ ਕੰਮ ਲਈ ਜਾਣਾ। ਹੱਥ ਭੈੜਾ ਕੰਮ ਕਰਦੇ ਆ, ਮੈਂ ਨਹੀਂ ਇਹ ਕੰਮ ਕਰਨਾ। ਅੱਖੀਂ ਬਾਝੋਂ ਦੇਖਣਾ, ਬਿਨ ਕੰਨੀ ਕੰਨਾਂ ਕੋਈ ਨਿੰਦਿਆ ਚੁਗਲੀ ਨਾ ਸੁਣ, ਔਰ ਇਹੋ ਜਿਹੇ ਗਾਣੇ ਨਾ ਕਦੀ ਸੁਣ। ਤੇ ਇਸ ਕਰਕੇ ਅੱਖੀਂ ਬਾਝੋਂ ਦੇਖਣਾ, ਬਿਨ ਕੰਨੀ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥੀਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਉਹ ਹੁਕਮ ਪਛਾਣ ਨਾਮ ਜਪਣ ਵਾਲਾ, ਤਾਉ ਖਸਮੇ ਮਿਲਣਾ। ਨਾਨਕ ਹੁਕਮ ਪਛਾਣ ਕੇ ਤਾਉ ਖਸਮੇ ਮਿਲਣਾ। ਆ ਰੋਗ ਸ਼ੁਰੂ ਹੋਏ ਹੈ। ਹਾਂ ਮੇਰਾ ਮਾਨਕ ਕਦੀ ਨਾ ਕਾਮ ਰੋਗੇ, ਮੈਂ ਗਲ ਬਸ ਲੀਨਾ। ਦ੍ਰਿਸ਼ਟੇ ਰੋਗੇ ਪਛੇ ਮੋਏ ਪਤੰਗਾ। ਅੱਗੇ ਨਾਦ ਰੋਗ ਹੈ, ਉਹ ਹੈ ਖਪ ਗਏ ਕੁਰੰਗਾ। ਹਰਨ ਜਿਹੜਾ ਮਾਰਿਆ ਜਾਂਦਾ ਹੈ, ਇਹਨੂੰ ਸੁਣਨ ਦਾ ਰੋਗ ਹੈ। ਸ਼ਿਕਾਰੀ ਕੀ ਕਰਦੇ ਆ, ਇੱਕ ਵਾਰੀ ਸਮਝ ਲਓ, ਬਹੁਤ ਵਾਰੀ ਇਹ ਮਿਸਾਲ ਆਏਗੀ ਸਾਰੀ ਬਾਣੀ 'ਚ। ਇੱਕ ਸ਼ਿਕਾਰੀ, ਦੋ ਸ਼ਿਕਾਰੀ ਜਾਂਦੇ ਹੈ। ਇੱਕ ਘੜਾ, ਇੱਕ ਦੇ ਹੱਥ 'ਚ ਘੜਾ ਹੁੰਦਾ ਔਰ ਘੜੇ ਦੇ ਉੱਤੇ ਖਾਲੀ ਹੁੰਦਾ। ਉਹਦੇ ਗਲ ਦੇ ਉੱਤੇ ਵਿੱਚ ਗੱਭੇ ਜੇ, ਜਿੱਦਾਂ ਬੈਂਜੋ ਦੀ ਤੰਦੀ ਹੁੰਦੀ ਨਾ, ਇੱਦਾਂ ਇੱਕ ਤੰਦੀ ਬੱਧੀ ਹੁੰਦੀ। ਉਹਦੇ 'ਤੇ ਉਹ ਚਿੱਪੀ ਮਾਰਦਾ, ਝਾੜੀ ਦੇ ਓਹਲੇ ਬੈਠ ਕੇ। ਉਧਰੋਂ ਦੂਸਰੇ ਬੰਨੇ ਨਾਲ ਹੀ ਸ਼ਿਕਾਰੀ ਤੀਰ ਕਮਾਨ ਲੈ ਕੇ ਬੈਠਾ ਹੁੰਦਾ। ਉਹ ਜੰਗਲ ਗੂੰਜ ਪੈਂਦੀ, ਉਹ ਮਾਰਦਾ ਘੜੇ ਦੇ ਵਿੱਚੋਂ ਨਿਕਲ ਕੇ, ਇਹਨੂੰ ਨਾਦ ਦੀ ਗੂੰਜ ਕਹਿੰਦੀ ਹੈ। ਹਰਨ ਨਾ ਆਲੇ ਦੁਆਲੇ ਕੰਨ ਖੜੇ ਕਰਕੇ, ਇਹਦੇ ਕੰਨ ਬੜੇ ਤੇਜ਼ ਹੁੰਦੇ ਆ। ਹਰਨ ਕੰਨ ਖੜ ਕੇ ਕੀ ਆਵਾਜ਼ ਕਿੱਥੋਂ ਆਉਂਦੀ, ਸਿੱਧਾ ਆਵਾਜ਼ ਆ ਜਾਂਦਾ। ਉਹਨੂੰ ਪਤਾ ਵੀ ਲੱਗ ਜਾਂਦਾ ਵੀ ਉਹ ਤੀਰ ਹੈ ਮੇਰੇ ਸਾਹਮਣੇ ਵੱਜਣ, ਪਰ ਉਹ ਨਾਦ ਤੱਕ ਪਹੁੰਚਣਾ ਚਾਹੁੰਦਾ। ਉਹ ਜਦੋਂ ਲਾਗੇ ਜਾਂਦਾ ਤੇ ਉਹ ਲਾਗੇ ਆਉਂਦਾ, ਉਹ ਸੁਣਨੋਂ ਨਹੀਂ ਹਟਦਾ, ਐਨ ਜਾਂਦਾ, ਇਸ ਰੋਗ ਨਾਲ ਮਰਦਾ। ਇੱਦਾਂ ਹੀ ਸਾਰੀ ਦੁਨੀਆ ਸਿੱਖੀ ਅੱਜ ਕੱਲ੍ਹ। ਉਹ ਲੁਚਰ ਗਾਣੇ ਅੱਜ ਕੱਲ੍ਹ ਜਿਹੜੇ ਪਿੱਛੇ ਕੰਜਰ ਤੇ ਕੰਜਰੀਆਂ ਹੁੰਦੇ ਸੀ, ਅੱਜ ਕੱਲ੍ਹ ਉਹ ਆਰਟਿਸਟ ਬਣ ਗਏ ਨੇ। ਔਰ ਉਹਨਾਂ ਦੇ ਉਹ ਗੰਦੇ ਗੀਤ ਮਾਂ ਬਾਪ ਬੈਠ ਨਹੀਂ ਸਕਦੇ, ਜਿਨ੍ਹਾਂ ਦੇ ਵਿੱਚ ਸਾਰੀ ਇਹ ਤਾਂ ਨਹੀਂ ਸੀ। ਪਹਿਲਾਂ ਸਿੰਘ ਸਭਾ ਲਹਿਰ ਨੇ ਬੰਦ ਕੀਤੇ ਸੀ ਸਾਰੇ, ਉਹਨੇ ਜਗ੍ਹਾ ਸ਼ਬਦ ਇੰਨੇ ਦਿੱਤੇ ਸੀ। ਇਹਨਾਂ ਦਾ ਬੜਾ ਭੈੜਾ ਅਸਰ ਪੈ ਰਿਹਾ ਸਾਡੀਆਂ ਗਾਂ ਜਿਨਸਾਂ 'ਤੇ। ਇਸ ਕਰਕੇ ਉਹ ਹਰਨ ਸੁਣਨੋਂ ਨਹੀਂ ਹਟਦਾ, ਉਧਰ ਹੀ ਜਾਂਦਾ ਐਨ ਸਾਰਾ। ਉਹ ਤੀਰ ਮਾਰ ਕੇ ਉੱਥੇ ਮਰ ਜਾਂਦਾ। ਤੋ ਆਹ ਕਹਿੰਦੇ ਖਪ ਗਏ ਕੁਰੰਗਾ। ਹਰਨ ਦਾ ਮਾਰਨ ਦਾ ਤਰੀਕਾ ਹੀ ਗੰਡਾ ਹੇੜੀ ਦੀ ਤੋਨੇ ਐਡੀ ਮਿੱਟੀ ਜਿਉਂ ਜਿਉਂ ਗੂੰਜ ਪੈਂਦੀ ਜੰਗਲ, ਉਹ ਦੇਖਦਾ ਵੀ ਕਿੱਥੋਂ ਆਉਂਦਾ। ਔਰ ਇਹਦੇ ਦੀ ਬਾਣੀ ਆਉਂਦੀ ਹੈ, ਦੇਖੋ ਕੈਸੀ ਬਾਣੀ ਹੈ। ਸਨਮੁਖ ਸਹਿਬਾਨ, ਵੀ ਸਨਮੁਖ ਹੋ ਕੇ ਉਹ ਬਾਣ ਸਹਿ ਲੈਂਦਾ, ਪਰ ਸੁਣਨੋਂ ਨਹੀਂ ਹਟਦਾ। ਇੱਦਾਂ ਗੁਰਸਿੱਖ ਨਾ ਆ ਜਿਹੜਾ ਸ਼ਬਦ ਹੈ ਜਪਣ ਵਾਲੇ ਵੀ ਸੁਣਨਾ ਸ਼ੁਰੂ ਹੋ ਜਾਂਦਾ, ਔਰ ਉਹ ਸਦਾ ਹੀ ਮਹਿ ਰਹਿੰਦਾ ਉਹਦੇ 'ਚ। ਤੇ ਇੱਦਾਂ ਹਰਨਾ ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੀ, ਸਾਹਮਣੇ ਬਾਣ ਸਹਿ ਲੈਂਦਾ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ। ਮਿਰਗ ਅਰਪੇ ਮਨ ਤਨ ਪ੍ਰਾਨ ਹੈ। ਉਹ ਬੇਦੇ ਸਹਿਜ ਸਰੋਤ, ਉਹਨੂੰ ਇੰਨੀ ਮਿੱਠੀ ਲੱਗਦੀ ਹੈ, ਸੋ ਬੇਦਿਆ ਜਾਂਦਾ, ਬਿੰਨਿਆ ਜਾਂਦਾ। ਐਦਾਂ ਗੁਰਸਿੱਖ ਜਦੋਂ ਇਹ ਸ਼ਬਦ ਉਹਦੀ ਕਲਾ ਵਰਤਦੀ ਹੈ, ਇਹਨੂੰ ਸੁਣ ਸੁਣ ਕੇ ਬੇਦਿਆ ਜਾਂਦਾ। ਸਨਮੁਖ ਸਹਿਬਾਨ, ਬਾਣ ਤੀਰ ਕਮਾਨ ਦਾ ਸਹਿ ਲੈਂਦਾ, ਪਰ ਸੁਣਨੋਂ ਨਹੀਂ ਹਟਦਾ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਸਨਮੁਖ ਸਹਿਬਾਨ, ਸਨਮੁਖ ਸਹਿਬਾਨ
ਅਰਪੇ ਮਿਰਗੇ ਅਰਪੇ ਮਨ ਤਨ ਪ੍ਰਾਨ ਹੈ ਉਹ ਬੇਦੇ ਸਹਿਜ ਸਰੂਪ ਵਾਹ ਨਾਦ ਰੋਗੇ ਥਪ ਗਏ ਕੁਰੰਗਾ ਨਾਦ ਰੋਗੇ ਥਪ ਗਏ ਕੁਰੰਗਾ ਇੱਕ ਬੰਦ ਖਤਮ ਹੋਇਆ ਹਲੇ ਟੌਪ ਦਾ ਬੰਦ ਹੈ ਜਿਹਨੇ ਰਹਾਉ ਦੀ ਤੁਕ ਚ ਜਾ ਕੇ ਸੁਣਾਉਣਾ ਪਰ ਜਿੰਨੇ ਰੋਗ ਹੈ ਜਿੰਨੇ ਜਾਨਵਰ ਦੱਸੇ ਜਿੰਨੀਆਂ ਚੀਜ਼ਾਂ ਦਸੀਆਂ ਉਹਨਾਂ ਤੋਂ ਰਹਿਤ ਹੈ ਮੇਰਾ ਸਤਿਗੁਰ ਜੋ ਇੱਥੇ ਰਹਾਉ ਲਾਇਆ ਸਤਿਗੁਰ ਦੇ ਉੱਤੇ ਇੱਕ ਵਾਰੀ ਪਹਿਲਾ ਬੰਦ ਜਿੰਨੇ ਆਣ ਕੇ ਰਹਾਉ ਚ ਸਮਾਉਣਾ ਹੈ ਔਰ ਉਹਦਾ ਜਵਾਬ ਰਹਾਉ ਦਿੰਦਾ ਹੈ ਵੀ ਸਾਰੇ ਨਹੀਂ ਐਸਾ ਰੋਗਾਂ 'ਚ ਆ ਇੱਕ ਚੀਜ਼ ਬਚੀ ਹੈ ਇਸ ਕਰਕੇ ਉਤਲੀਆਂ ਤੁਕਾਂ ਫੇਰ ਅਸੀਂ ਦਰਾ ਦਿੰਨੇ ਆ ਔਰ ਰਹਾਉ ਚ ਆਣ ਕੇ ਉਹਨਾਂ ਨਾਲ ਸਮਾ ਜਾਣਾ ਹੈ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੋਗੀ ਕਿਉਂ ਲਿਖਿਆ ਜੋਗੀ ਜੰਗਲਾਂ 'ਚ ਭੱਜ ਜਾਂਦੇ ਸੀ ਘਰ ਵਾਲੀਆਂ ਛੱਡੀਆਂ ਸਭ ਕੁਛ ਰਾਣੀਆਂ ਛੱਡੀਆਂ ਮਹਿਲ ਛੱਡੇ ਬੜੇ ਬੜੇ ਹਾਥੀ ਸਭ ਛੱਡ ਕੇ ਜੰਗਲਾਂ 'ਚ ਵੀ ਅਸੀਂ ਜਾ ਕੇ ਤੇ ਜੋਗ ਕਮਾਉਣੇ ਆ ਉੱਥੇ ਜਾ ਕੇ ਵੀ ਤੰਗ ਹੁੰਦੇ ਸੀ ਔਰ ਕਿਸੇ ਦਾ ਪਹਿਰਾ ਹੀ ਰੋਗ ਹੀ ਨਹੀਂ ਸੀ ਮਰਦਾ ਕਾਮ ਰੋਗ ਬਾਬੇ ਅੱਗੇ ਬਿਲਲਾ ਉੱਠੇ ਜੋਗੀ ਨੇ ਬਾਬਾ ਅਸੀਂ ਸਭ ਕੁਝ ਛੱਡਿਆ ਸਾਡਾ ਬਿੰਦ ਨਹੀਂ ਟਿਕਦਾ ਉਹ ਬਾਬੇ ਨੇ ਇੱਕੋ ਜਵਾਬ ਦਿੱਤਾ ਵੀ ਬਿੰਦ ਨਾ ਰੱਖਿਆ ਸ਼ਬਦ ਨਾ ਭਾਖਿਆ ਤੁਸੀਂ ਭਗਤੀ ਤੇ ਸ਼ਬਦ ਤੇ ਕਰਦੇ ਨਹੀਂ ਰੱਬ ਦੇ ਪਰਮੇਸ਼ਰ ਦੇ ਨਾਮ ਤੇ ਇਦਾਂ ਹੀ ਸੜੋਗੇ ਤੁਸੀਂ ਇਸ ਕਰਕੇ ਇਹ ਉਹ ਜੋਗੀ ਨਹੀਂ ਜੋਗੀ ਤਾਂ ਲਿਖਿਆ ਵੀ ਅਸਲ ਜੋਗੀ ਸਾਡਾ ਸਤਿਗੁਰ ਪਰਸਨੈਲਿਟੀ ਹੈ ਜਿਹੜਾ ਇਨਸਾਨ ਨਹੀਂ ਹੈ ਉਹ ਕਿਹੜੇ ਕਿਹੜੇ ਰੋਗ ਹੈ ਮੇਰਾ ਮਾਨਕ ਕਦੀਨਾ ਕਾਮ ਰੋਗੀ ਮੈਂ ਗਲ ਬਸਲੀ ਨਾ ਦ੍ਰਿਸ਼ਟੇ ਰੋਗੇ ਕਾਜੇ ਮੋਏ ਪਤੰਗ ਨਾਦ ਰੋਗੇ ਖਪੇ ਗਏ ਕੁਰੰਗਾ ਨਾਦ ਰੋਗੇ ਖਪੇ ਗਏ ਕੁਰੰਗਾ ਸੋ
ਰਹਾਉ ਤੋਂ ਬਾਅਦ ਪਹਿਲਾ ਅਗਲਾ ਬੰਦ ਸ਼ੁਰੂ ਹੁੰਦਾ। ਜਿਹਵਾ ਰੋਗੇ ਮੀਨ ਗ੍ਰਸਿਆਨੋ। ਪਹਿਲਾ ਮੱਛੀ ਕਿੱਦਾਂ ਮਰਦੀ ਹੈ? ਮੱਛੀ ਪਾਣੀ 'ਚ ਤੁਰੀ ਫਿਰਦੀ ਸਾਰੀ। ਉਹ ਕਹਿੰਦੇ ਹੁੰਦੇ ਨਾ ਵੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਕਦੀ ਕਿਸੇ ਨਾਲ ਜਿਹੜਾ ਪਾਣੀ 'ਚ ਪੱਥਰ ਪਿਆ ਹੋਊਗਾ ਉਹ ਵੀ ਕਹਿੰਦੀ ਮੈਂ ਜੀਵ ਨੇ ਜਾ ਕੇ ਦੇਖਾਂ ਕੋਈ ਖਾਣ ਵਾਲੀ ਚੀਜ਼ ਤੇ ਨਹੀਂ ਹੈ। ਉਹ ਤੋਂ ਸਵਾਦ ਕੋ ਮਿਲਦਾ ਨਹੀਂ, ਫਿਰ ਵਾਪਸ ਆਉਂਦੀ। ਤੋ ਮੱਛੀ ਦੇ ਜਿਹੜੀ ਮਰਨ ਦਾ ਤਰੀਕਾ ਵੀ ਉਹਦੇ ਜੀਵ ਦੇ ਸਵਾਦ ਹੈ। ਉਹਨੂੰ ਮੱਛੀ ਨੂੰ ਫੜਨ ਵਾਲੇ ਕੁੰਡੀ ਦੇ ਅੱਗੇ ਨਾ ਬਰਸਾਤ 'ਚ ਗਡੋਏ ਨਿਕਲਦੇ ਹੁੰਦੇ ਮਿੱਟੀ 'ਚੋਂ ਸੱਪ ਜਿਹੇ ਵਰਗੇ। ਉਹ ਗਡੋਆ ਅੱਗਾ ਲਾ ਦਿੰਦੇ ਆ ਕੁੰਡੀ ਦੇ ਔਰ ਉਹਨੂੰ ਸੁੱਟ ਕੇ ਜਦੋਂ ਮੱਛੀਆਂ ਫੜੀ ਦੀਆਂ ਤੇ ਉਹ ਜਿਹੜੀ ਮੱਛੀ ਦੇਖਦੀ ਹੈ ਉਹਨੂੰ ਜੀਭ ਦਾ ਸਵਾਦ ਉਹਨੂੰ ਚੱਖਣ ਲਈ ਗਾਂਹ ਜਾਂਦੀ ਹੈ। ਉਹ ਤੇ ਸ਼ਿਕਾਰੀ ਬੈਠਾ ਹੁੰਦਾ ਉਹਨੂੰ ਖਿੱਚ ਲੈਂਦਾ, ਉਹਦੇ ਤਾਲੂ 'ਚ ਫਸ ਜਾਂਦੀ ਉਹ ਮੱਛੀ ਬਾਹਰ ਆ ਜਾਂਦੀ। ਉਹਦੇ ਮਰਨ ਦਾ ਤਰੀਕਾ ਹੀ ਹੈ ਉਹ ਜੀਭ ਦਾ ਸਵਾਦ ਲੈਣ ਗਈ ਤੇ ਉੱਥੇ ਮਰ ਗਈ। ਇਸ ਕਰਕੇ ਜੇਵਾ ਰੋਗੇ ਮੀਨ ਕਹਿੰਦੇ ਮੱਛੀ ਨੂੰ, ਗ੍ਰਸਿਆਨੋ ਕਹਿੰਦੇ ਫੜੀ ਗਈ। ਜੇਵਾ ਰੋਗੇ ਮੀਨ ਗ੍ਰਸਿਆਨੋ। ਭੌਰਾ ਕਿੱਦਾਂ ਮਰਦਾ ਹੈ? ਭੌਰਾ ਫੁੱਲਾਂ ਦੀ ਖੁਸ਼ਬੂ ਲੈਂਦਾ ਉਹ ਰੱਜਦਾ ਨਹੀਂ ਹੈ। ਸ਼ਾਮ ਤੱਕ ਵੀ ਉਹ ਖੁਸ਼ਬੂ ਲੈ ਕੇ ਫੁੱਲਾਂ ਦੀ ਸਾਰਾ ਕਈ ਸਹੁਰੇ ਐਸੇ ਫੁੱਲ ਹੁੰਦੇ ਆ ਉਹਨਾਂ ਤੇ ਬੈਠਾ ਉਹਨੂੰ ਸ਼ਾਮ ਨੂੰ ਬੰਦ ਹੋ ਜਾਂਦੇ। ਉਹਦੀਆਂ ਪੱਤੀਆਂ ਬੰਦ ਹੋ ਜਾਂਦੀਆਂ, ਵਿੱਚੇ ਭੰਵਰਾ ਸੁੰਘਦਾ। ਇਹ ਹੂ ਬੰਦੇ ਜਿਹੜੇ ਸੱਚੀ ਬੰਦੇ ਆ ਵੀ ਰਾਤ ਇੰਨੇ ਸਵਾਦ ਲੈ ਰਹੇ। ਮਹਾਰਾਜ ਨੇ ਮਿਸਾਲ ਦਿੱਤੀ ਹੈ ਉਹ ਨਿਕਲ ਨਹੀਂ ਸਕਦਾ, ਰਾਤ ਸਾਰੀ ਉੱਥੇ ਹੀ ਰਹਿੰਦਾ। ਸਵੇਰੇ ਮਾਲਣ ਆਉਂਦੀ ਹੈ, ਉਹ ਫੁੱਲ ਤੋੜ ਕੇ ਲਿਜਾ ਕੇ ਤੇ ਉਹਨੂੰ ਕੜਾਹੀ 'ਚ ਤੇਲ ਪਾਇਆ ਹੁੰਦਾ, ਉਹ ਸਣੇ ਭੌਰੇ ਦੇ ਉਹਨੂੰ ਤਾਂ ਸਿੱਟਦੀ ਹੈ। ਬਾਬਾ ਨਾਨਕ ਦਿੰਦਾ ਹੈ ਮਿਸਾਲ, ਆਪਣੀ ਸਮਝ ਅਸੀਂ ਲੈ ਚੁੱਕੇ ਹਾਂ ਗੋਸ਼ਟੀਆਂ 'ਚ ਵੀ ਭੰਵਰਾ ਦਾ ਜੀਵਨ ਦੇਖੋ। ਉਹ ਇੰਨੀ ਖੁਸ਼ਬੂ ਸੁੰਘਦਾ ਉਹ ਪੱਤੀ ਬੰਦ ਹੋ ਜਾਂਦੀ। ਦਿਨ ਚੜ੍ਹਦਾ ਮਾਲਣ ਆਉਂਦੀ, ਉਹਨੂੰ ਐਨ ਤੇਲ 'ਚ ਤਾ ਦਿੰਦੀ, ਫੜ ਕੇ ਕੋਈ ਚੀਜ਼ ਬਣਾਉਣੀ ਹੁੰਦੀ। ਇਸ ਕਰਕੇ ਜਿਹੜਾ ਨਾਸਾਂ ਦਾ ਰੋਗ ਹੈ ਇਹ ਸੁੰਘਣ ਦਾ, ਖੁਸ਼ਬੂਆਂ ਦਾ ਮਾਰ ਸਾਰਾ ਇਹਦੇ ਨਾਲ। ਬਾਸਨ ਰੋਗ ਭੰਵਰ ਬਿਨ ਸਾਨੋ, ਭੌਰੇ ਮਰ ਗਏ ਇਹਦੇ ਨਾਲ। ਜੇਵਾ ਰੋਗ ਇਹ ਸਭ ਇਨਸਾਨ ਨੂੰ ਰੋਗ ਲੱਗੇ ਆ। ਜੇਵਾ ਰੋਗ ਮੀਨ ਗ੍ਰਸਿਆਨੋ। ਬਾਸਨ ਕਹਿੰਦੇ ਖੁਸ਼ਬੂ ਸੁੰਘਣ ਨੂੰ। ਬਾਸਨ ਰੋਗੇ ਭੰਵਰ ਬਿਨ ਸਾਨੋ। ਆ ਸਾਡਾ ਹੈਡੰਗ ਹੇਤ ਰੋਗ ਕਾ ਸਗਲ ਸੰਸਾਰ, ਸਗਲ ਸੰਸਾਰ, ਸਗਲ ਸੰਸਾਰ। ਹੇਤ ਰੋਗ ਅਸੀਂ ਹੈਡਿੰਗ ਲਾਇਆ ਔਰ ਇੱਥੋਂ ਕਿੱਦਾਂ ਬਚਣਾ ਹੈ, ਇਹ ਰੋਗ ਕੀ ਹੈ, ਹੇਤ ਦਾ ਕੀ ਮਤਲਬ ਹੈ, ਇਹ ਅਸੀਂ ਅਗਲੇ ਸ਼ਬਦਾਂ 'ਚ ਖੋਲਾਂਗੇ। ਪਰ ਅਸੀਂ ਤੰਦ ਕੱਤਣਾ ਹੈ। ਹੇਤ ਰੋਗ ਕਾ ਸਗਲ ਸੰਸਾਰ। ਅਗਲੇ ਤੁਕ 'ਚ ਬਹੁਤ ਡੂੰਘੀ ਤੁਕ ਹੈ। ਤ੍ਰਿਬੁਧ ਰੋਗ ਮੈਂ ਵਧੇ ਬਿਕਾਰਾ। ਤ੍ਰਿਬੁਧ ਰੋਗ ਹੈ, 3 ਗੁਣਾਂ 'ਚ ਦੁਨੀਆ ਸਾਰੀ ਫਿਰਦੀ ਹੈ ਸੰਸਾਰ। 3 ਗੁਣ ਹੈ। ਪਹਿਲਾ ਤਾਂ ਬੰਦਾ ਹੈ ਐਨੀਮਲ ਲਾਈਫ 'ਚ ਬਸ ਜ਼ੀਰੋ ਉਹਦਾ। ਉਹ ਐਸਾ ਭੈੜਾ ਬੰਦਾ ਹੈ, ਉਹ ਤਮਾ 'ਚ ਹੀ ਰਹਿੰਦਾ ਸਦਾ। ਤਮਾ ਲਾਲਚ ਦਾ ਗੁਣ। ਉੱਥੋਂ ਤਮਾ ਤੋਂ ਬਾਅਦ ਰਜੋ ਗੁਣ ਆ, ਉਹਦੇ ਨੂੰ ਉੱਚਾ ਇੱਕ ਹੁੰਦਾ ਬੰਦਾ, ਉਹ ਰਜੋ ਗੁਣ 'ਚ ਹੈ। ਫਿਰ ਉਹਦੇ ਤੋਂ ਵੀ ਉੱਚਾ ਇੱਕ ਬੰਦਾ ਸਤੋ ਗੁਣ 'ਚ ਹੁੰਦਾ। 3 ਗੁਣਾਂ ਦੇ ਵਿੱਚ ਸਾਰਾ ਤ੍ਰਿਬੁਧ ਰੋਗ ਮੇ ਵਧੇ। ਜਿਨ ਚਿਕਰ ਤੂੰ 3 ਗੁਣਾਂ ਦੇ ਵਿੱਚ ਹੈ, ਤੈਨੂੰ ਇਹ ਰੋਗ ਜ਼ਰੂਰ ਲੱਗਣਗੇ ਔਰ ਤੂੰ ਵਧੀਆ ਬੰਦਾ ਨਹੀਂ ਬਣ ਸਕੇਗਾ।
त्रिबद रोग है 3 गुण। मैं मोटे मोटे समझाਉਣਾ ਹੁੰਨਾ कि बंदा दफ्तर चों निकलिया, ਉਹਨੂੰ बड़ी भुख लगी, बाहर केलियां दी रेहड़ी सी, ਉਹਨੂੰ ਕਹਿੰਦਾ ਲਾ ਜਾ जरा 5-7 केले लूण मिर्च पा के, ਐਨ भुख बड़ी लगी है। ਉਹ ਸਾਰੇ केले आप ही खा के आ ਜਾਂਦਾ, घर वालिਆਂ ने कख नहीं लिया। दूसरा बंदा ਉਹਦੇ ਨਾਲ ਇੱਛਾ ਹੁੰਦਾ, ਕਹਿੰਦਾ यार ਇੱਥੇ के खाने, घर टब्बर च बैठ के खावांगे। ਉਹ टब्बर च बैठ के खांदे, पर गुआंढी ਦੇ ਨਿਆਣੇ ਭੁੱਖੇ ਹੁੰਦੇ। हाँ, ਉਹਨੇ कभी भी सोचा भी मेरे पड़ोसियों ਨੂੰ भी कोई मिलता कि नहीं मिलता। और दूसरा भी मतलब ਜਿਹੜਾ रोग है वो पहला तमा रोग है, दूसरा रजो 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 गुण च उधर उच्चा गुण है भी आप नहीं खाता बच्चों। एक ਇਹਦੇ ਨਾਲੋਂ भी ਉੱਚਾ है, ਉਹ ਕਹਿੰਦੇ यार मेरे ਨਿਆਣੇ ਤੇ रोज़ ही खाते, अज पिछे चौपड़िया चल के उन्होंने नियाणिਆਂ 'ਚ बैठ के खावांगे। ਉਹ रजो तमो रजो ਤੇ ਸਤੋ ਗੁਣ ਸਤੇ ਗੁਣ ਚ। ਪਰ ਇਹਨਾਂ ਤਿੰਨਾਂ ਦੇ ਵਿੱਚ ਹੀ ਸਾਰਾ ਸੰਸਾਰ ਹੈ, ਔਰ ਸਾਰੀਆਂ ਬਿਮਾਰੀਆਂ, ਸਾਰੇ ਰੋਗ, ਇਹ ਸਭ ਆ ਜਿਹੜਾ ਬੰਦਾ ਨੇਕ ਤੋਂ ਨੇਕ ਬੰਦਾ ਹੋਏਗਾ ਉਹ ਵੀ ਇਸੇ ਗੁਣ ਚ ਹੈ। ਚਾਰੇ वेद बाणी, जिन्ने ऋषि मुनि सारे, जिन्ने देवते सारे, ये सब इसे रोग च है, जिहड़ा सब तो उच्चा रोग है। लेकिन तुरिया गुण च भगत खेलते हैं। असी एक ऐसी चीज़ समझा रहे हैं, जिहड़ी बाणी है, जिहड़ी साडी भगती करन वाले रब है, ਉਹਦਾ जोड़न वाला स्वरूप सतगुरु है, और भगत है, उन्होंने माया नहीं व्यापती, भगत है ना व्यापे माया। इस करके वो तिन्ना गुणा च नहीं, वो तुरिया गुण मिल, तो वो तुरिया गुण च चली जाती है। तुरिया गुण रब का ऐसा उच्चा गुण है जिस भगत ने खेलते हैं। असी मोटा जिहा समझाने हैं, इसे महल्ले ने इन्हू क्लीयर किया भी तुरिया गुण की है। और साध इत्थे पिछे आएगा, साध संग मिलिया तां सारे रोग गए। वो साध संग की जिहड़ी स्पिरिचुअल स्टेज अंदर है, उत्थे जाके तुरिया गुण चो साध बैठा। और महला पंजवां कहता शब्द इत्थों राह तो बाद शुरू करदा, प्रथमे त्यागी हौमे प्रीत, हौमे दा रोग पहले मिटाता। प्रथमे त्यागी हौमे प्रीत, द्वितीय त्यागी लोगा रीत, लोगां दी रीतां झूठियां च मैं फसिया सी। प्रथमे त्यागी हौमे प्रीत, द्वितीय त्यागी लोगा रीत, त्रै गुण त्याग, हुण मैनूं दुश्मन भी मीत लगदा। त्रै गुण त्याग दुर्जन मीत समाने, तुरिया गुण मिले साध पछाणे। उत्थे साध बैठा अंदर तुरिया गुण च। वो सारे भगतां दी अवस्था, सारे उच्चे सिखां दी, कर्मखंड दे रहण वालियां दी आ त्रिविध, वो जड़ा, लेकिन जड़ा 3 गुण है ਉਹਦੇ ਵਿੱਚ ਵਿਕਾਰ ਹੀ ਵਿਕਾਰ ਹੋਣਗੇ। ਤਾਂ ਲਿਖਿਆ त्रिविध रोगे, त्रिविध रोग मैं बंधे विकार। विकार किया 5 दुश्मन, ये त्रिविध रोग च तुरिया सारी जिन्नी ब्रह्म वेद बाणी सारे देवते सारे ये त्रिविध रोग च ही है। पर तुरिया गुण मिल साध पिछाणे। और उत्थे फिर गां अगली तुक आउंदी, सहज गुफा में आसन बांधिया। वो शब्द है रहाओ की तुक है, सुनो लोका मैं प्रेम रस पाया। इस करके वो शब्द च महाराज आखदे भी उत्थे साध की पछाण आउंदी, असल जिहड़ा साध अंदरला है। आओ ये बंद ध्यान ना पढ़िए। जे बारोगे नील ग्रसियानो, बासन रोगे पमर बिनसानो, हेत रोग का सगल संसारा, त्रिविध रोग में बदे बिकारा। ਇਹੋ ਜਿਹੇ ਬੰਦੇ ਕੀ ਕਰਦੇ ਆ? ਅਗਲਾ ਬੰਦ ਲਈਏ, ਰੋਗੇ ਮਾਰਤਾ, ਇਹਦੇ ਨਾਲ ਮਰ ਜਾਂਦੇ। ਰੋਗੇ ਮਾਰਤਾ ਤੇ ਰੋਗੇ ਜਨਮ, ਫਿਰ ਰੋਗੇ ਫਿਰ
ਇਹ ਜੂਨੀ ਪਰ ਜੂਨਾਂ 'ਚ ਪੈ ਗਿਆ। ਜਿੱਥੇ ਮੋਹ ਸੀ, ਜਿੱਥੇ ਆ ਸਾਰੇ ਐਬ ਦੱਸੇ ਸਾਰੇ ਉਹਨਾਂ ਜੂਨਾਂ 'ਚ ਪੈ ਗਏ। ਇਸ ਕਰਕੇ ਰੋਗਿਆ ਮਰਦਾ ਜੰਮਦਾ ਇਸੇ ਤਰ੍ਹਾਂ ਹੀ, ਲੇਕਿਨ ਮੁਕਤੀ ਨਹੀਂ ਹੋਈ। ਰੋਗੇ ਮਰ ਇਹ ਰੋਗੇ ਜਨਮ ਇਹ ਰੋਗੇ ਫੇਰੇ ਫੇਰੇ ਇਹ ਜੂਨੀ ਪਰ ਇਹਨਾਂ ਜੂਨਾਂ 'ਚ ਇੱਕ ਰਤੀ ਭਰ ਲਈ ਵੀ ਨਹੀਂ ਰੋਗ ਗਿਆ। ਜਨਮਾਂ ਤੇ ਜਨਮ ਮਰੀ ਜਾਂਦਾ, ਜੰਮੀ ਜਾਂਦਾ ਜ਼ਿੰਦਗੀ ਫੇਰ ਆ ਜਾਂਦੀ, ਪਰ ਰੋਗ ਨਹੀਂ ਮਗਰੋਂ ਹਟਦਾ। ਰੋਗ ਬੰਦ ਜਨ ਕਤੀ ਨਾ ਪਾਵੇ। ਕੋਈ ਇਲਾਜ ਵੀ ਹੈ, ਫਿਰ ਕਿੱਦਾਂ ਬੰਦ ਹੋ? ਬਿਨ ਸਤੇ ਗੁਰ ਰੋਗ ਕਤ ਹੈ ਨ ਜਾਵੇ। ਬਿਨ ਸਤੇ ਗੁਰ ਆ ਸਤੇ ਗੁਰ ਹੈ ਜਿਹੜਾ, ਜਿਹਦੀ ਜਗ੍ਹਾ ਇਨਸਾਨ ਬੈਠੇ ਹੈ। ਬਿਨ ਸਤੇ ਗੁਰ ਰੋਗ ਕਤਹਿ ਨ ਜਾਵੇ। ਜੋ 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 ਆਹਾ ਕਾਹਦੇ ਤੇ ਜਿਹਨਾਂ ਤੇ ਦਇਆ ਹੋਈ। ਕਲੋਜ਼ ਕਰਨ ਲੱਗੇ ਸ਼ਬਦ ਮਹਾਰਾਜ ਦੇਖੋ, ਔਰ ਕਹਿੰਦੇ ਕਿਹਨਾਂ ਨੂੰ ਕੱਢੇਗਾ? ਪਾਰ ਬ੍ਰਹਮ ਜਿਸ ਕੀ ਸਾਡੇ ਹੱਥਾਂ 'ਚ ਸ਼ਬਦ ਹੈ ਦੇਖੋ, ਜਿਸ ਦੇ ਸੱਸੇ ਨੂੰ ਔਂਕੜ ਦੇ ਗਏ। ਜਿਹੜੇ ਖਾਸ ਬੰਦੇ ਨੂੰ ਉਹਨੇ ਕੱਢਣਾ ਤਾਂ ਸੱਸੇ ਨੂੰ, ਜਿਸ ਨੂੰ ਉਹਨੇ ਕੱਢਣਾ ਹੈ ਨਾ, ਉਹਨੇ ਪਾਰ ਬ੍ਰਹਮ ਮੇ ਮੰਮੇ ਦੀ ਸਿਹਾਰੀ ਬੁਲਾਉਣੀ ਹੈ। ਪਾਰ ਬ੍ਰਹਮ ਨੇ ਉਹਨੂੰ ਜਿਹਨੂੰ ਕੱਢਣਾ ਹੈ ਉੱਤੇ ਦਇਆ ਪਹਿਲਾਂ ਕਰਦਾ ਹੈ। ਪਾਰ ਬ੍ਰਹਮ ਜਿਸ ਕੀ ਕਿੰਨੀ ਸਾਫ਼ ਹੈ। ਕਿਸੇ ਗੁਰੂ ਨਾਲ ਨਹੀਂ ਬਚਾਉਣਾ, ਕਿਸੇ ਹੋਰ ਕਿਸੇ ਚੀਜ਼ ਨਾਲ ਨਹੀਂ ਬੰਦਾ ਬਚ ਸਕਦਾ। ਗੁਰੂ ਨੇ ਤੇ ਨਾਂ ਨਹੀਂ ਉੱਤੇ ਲਿਖਿਆ। ਪਾਰ ਬ੍ਰਹਮ ਵੱਲ ਹਮੇਸ਼ਾ ਸੁਰਤ ਜਾਣੀ ਚਾਹੀਦੀ। ਉਹਦੇ ਪਾਰ ਬ੍ਰਹਮ ਉਹਦੀ ਜਿੱਤ ਤੇ ਦਇਆ ਹੋ ਗਈ, ਉਸ ਬੰਦੇ ਨੂੰ ਉਹ ਬਾਂਹ ਫੜ ਕੇ ਕੱਢ ਲਏਗਾ। ਪਾਰ ਬ੍ਰਹਮ ਜਿਸ ਕੀ ਬਾਂਹ ਪਕੜੇ ਰੋਗੋਂ ਕੱਢ ਲਿਆ। ਟੂਟੇ ਬੰਧਨ ਆਖਿਰਲੀ ਲਾਈਨ ਆ ਸਾਧ ਸੰਗ ਆ ਗਿਆ ਸੀ ਆਮ ਨੂੰ। ਸਾਧ ਸੰਗਤ ਜੀ, ਸਾਧ ਸੰਗ ਉਹ ਸਾਧ ਸੰਗਤ ਨਹੀਂ, ਇਹ ਸੰਗਤ ਹੈ। ਸਾਧ ਅੰਦਰ ਹੈ, ਉਹੀ ਤੁਰਿਆ ਗੁਣ ਦੇ ਵਿੱਚ ਮਿਲਦਾ। ਤੁਰਿਆ ਗੁਣ ਮਿਲ ਸਾਧ ਪਛਾਣੇ, ਉਹਦੀ ਸੰਗ ਦੇ ਨਾਲ ਉਹਨੂੰ ਹੀ ਸਤਿਗੁਰ ਕਿਹਾ ਹੈ। ਸਾ ਟੂਟੇ ਬੰਧਨ ਆਦੇ ਬੰਧਨ ਅੱਜ ਉੱਤੇ ਪਏ ਸੀ ਸਾਰੇ ਸਵਾਦਾਂ ਦੇ, ਆ ਜਿੰਨੇ ਵੀ ਰੋਗ ਦੱਸੇ ਹੈ। ਟੂਟੇ ਬੰਧਨ ਸਾਧ ਸੰਗ ਪਾਇਆ। ਟੂਟੇ ਬੰਧਨ ਸਾਧ ਸੰਗ ਪਾਇਆ। ਕਹੋ ਨਾਨਕ ਗੁਰੇ ਰੋਗ ਮਿਟਾਇਆ। ਸਤਿਗੁਰੂ ਰੋਗ ਮਿਟਾਏਗਾ ਅੰਦਰਲਾ। ਕਹੋ ਨਾਨਕ ਗੁਰੇ ਰੋਗ ਮਿਟਾਇਆ। ਧਿਆਨ ਦੇ ਨਾਲ ਜਾ ਕੇ ਫਿਰ ਇਸੇ ਸ਼ਬਦ ਦੇ ਉੱਤੇ ਅਸੀਂ ਦੁਬਾਰਾ ਦੁਹਰਾ ਦਿੰਦੇ ਹਾਂ, ਕਿਉਂਕਿ ਇੱਥੋਂ ਗਾਂਹ ਅਸੀਂ ਅਗਲੇ ਸ਼ਬਦ ਦਾ ਤੰਦ ਖਿੱਚਣਾ ਹੈ। ਤਾਂ ਇੱਥੋਂ ਸ਼ਬਦ ਸ਼ੁਰੂ ਹੁੰਦਾ, ਪਿੱਛੇ ਲੱਗ ਕੇ ਰਾਮ ਦੇ ਨਾਲ ਪੈਰੋਂ ਮਹੱਲਾ ਪੰਜਵਾਂ, ਜਿਹੜਾ 16 ਸਾਲ ਦੀ ਉਮਰ 'ਚ ਗੁਰੂ ਨਾਨਕ ਦੀ ਗੱਦੀ ਤੇ ਬੈਠ ਕੇ ਸ਼ਬਦ ਲਿਖ ਰਿਹਾ ਹੈ।
पन्ना है 1140 पेज 1140 ਇੱਥੋਂ ਸ਼ੁਰੂ ਹੁੰਦਾ ਸ਼ਬਦ ਸੁਰਤੀ ਬਿਰਤੀ ਨਾਲ ਬੋਲਿਓ ਹਉ ਮੇਰਾ ਮਾਨਕ ਕੋ ਦੀਨਾ ਕਾਮ ਰੋਗੇ ਮੈਂ ਗਲ ਬਸਲੀ दृष्टि रोगे पच मोए पतंगा नाद रोगे खप गए कुरंगा सो सो सतगुर जोगी रहो जेवारोगे मीन ग्रसियानो बासन रोगे ए पार बिन सानो हेत रोग का सगल संसार हेत रोग का सगल संसार त्रिपदे रोग में बदे बिगारा सो रोगे मारता रोगे जन में फिर रोगे फिर जीनी भर में रोग बांध रहे रति न पावे बिन सतगुर रोग कतहि न जावे बिन सतगुर रोग कतहि न जावे पार ब्रह्म जिसकी नींद बाहाँ पकड़े रोगों का ले टूटे बंधन साध संग पाया कहो नानक बुरे रोग मिटाया कहो नानक बुरे रोग मिटाया। अगला शब्द ਅਸੀਂ ਸ਼ੁਰੂ ਕਰ ਦਿੰਦੇ ਹਾਂ। ਪੰਨਾ ਹੈ 383 पेज 383 और ਉਸੇ ਮਹੱਲੇ ਦਾ ਸ਼ਬਦ ਆਸਾ ਮਹੱਲਾ ਪੰਜਵਾਂ ਔਰ ਅਸੀਂ ਰੋਗ ਦੇ ਉੱਤੇ ਆਹ ਲਾਈਨ ਪਹਿਲਾਂ ਕਹਿ ਰਹੇ ਹਾਂ ਇਹਦੇ ਤੇ ਮਹਾਸੁਖ ਪਾਇਆ ਕਿਆ ਸਤਿਗੁਰੂ ਦੀ ਮਿਹਰ ਹੋਈ सुख पाया हर अमृत मुखे नाम दिया महासुख पाया हर
ਆਣ ਕੇ ਸਤਿਗੁਰੂ ਅੰਦਰ ਦਿੰਦਾ ਹੈ। ਬਾਬੇ ਨਾਨਕ ਨੂੰ ਵੀ ਨਾ ਉਸੇ ਸਤਿਗੁਰੂ ਨੇ ਨਾਮ ਦਿੱਤਾ ਅੰਦਰ ਆਣ ਕੇ ਪਹਿਲਾਂ, ਫਿਰ ਉਹ 10 ਜੋਤਾਂ 'ਚ ਗਾਂਹ ਤੋਂ ਗਾਂਹ ਗਿਆ। ਲੇਕਿਨ ਆਹ ਨਾਮ ਜਿਹੜਾ ਜਿਹਨਾਂ ਨੂੰ ਅੰਦਰ ਮਿਲ ਜਾਂਦਾ ਹੈ, ਇਹ ਅਸੀਂ ਸ਼ਬਦ ਕੱਲ੍ਹ ਦੀ ਚੌਂਕੀ 'ਚ ਲਾਂਗੇ। ਔਰ ਅਸੀਂ ਇੱਥੇ ਰੋਗ ਮਿਟੇਗਾ ਹੀ ਤਦੋਂ ਜਦੋਂ ਸਾਨੂੰ ਅੰਦਰ ਆਣ ਕੇ ਉਹ ਸਤਿਗੁਰੂ ਨੇ ਨਾਮ ਦਿੱਤਾ। ਤੇ ਉਹ ਨਾਮ ਕੀ ਹੈ? ਬਾਬਾ ਨਾਨਕ ਕਹਿੰਦਾ ਮੈਂ ਤੇ ਲਟਾਪਟੀ ਪੀਂਗ ਹੋ ਕੇ ਇਹਨੂੰ ਹੁਣ ਜੁਟਣਾ ਵੈ, ਕਿਉਂਕਿ ਮੇਰੇ ਸਤਿਗੁਰੂ ਨੇ ਮੈਨੂੰ ਇਹ ਚੀਜ਼ ਦਿੱਤੀ ਹੈ। ਇੱਕ ਆਖ ਆਖੈ ਸਬਦ ਪਾਖੈ ਪਰਦੇ ਉਰਦ ਦੇ ਮੇਰਾ ਤੇ ਇੱਕ ਆਖ ਆਖੈ ਸਬਦ ਪਾਖੈ ਅਰਦ ਉਰਦ ਦਿਨ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।